ਸਾਡੇ ਕੋਲ ਤਾਂ ਹੁਣ ਕੁਛ ਨਹੀਂ ਗਾ, ਵੇਚ ਵੱਟ ਲਿਆ, ਪੈਲੀ ਵੀ ਵਿਕ ਗਈ ਆ, ਕੁਛ ਨਹੀਂ ਸਾਡੇ ਕੋਲ ਹੁਣ ਤੇ ਬੇਟੇ। ਹੁਣ ਤਾਂ ਇਸ ਵੇਲੇ ਰੋਟੀ ਵੀ ਅੰਤਾਦਾ ਰਿਹਾ ਉਹ ਆ ਕੇ ਪਾਣੀ ਦਾ ਘੁੱਟ ਫੜਾਉਣ ਵਾਲਾ ਸਾਨੂੰ ਆ ਜਾਵੇ ਘਰ, ਇੱਕ ਵਾਰੀ ਮਿਲ ਲਵੇ ਆ ਕੇ। ਬਸ ਇਹੋ ਹੀ ਆ ਮਿਹਨਤ ਸਾਡੀ ਸਾਰਿਆਂ ਦੇ ਮੋਰੇ, ਐਸਪੀ ਅਬਰਾਜ ਸਾਹਿਬ ਮੋਰੇ ਵੀ ਇਹੋ ਹੀ ਬੇਨਤੀ ਆ, ਚੱਲ ਹੋ ਜਿੰਨੀ ਜੋਗੇ ਅਸੀਂ ਕਰਾਂਗੇ, ਬਾਕੀ ਕਰ ਕਤਰ ਕੇ ਸਾਡਾ ਪੁੱਤ ਲਿਆ ਦੇਵੇ ਘਰ। ਬਸ ਇਹੋ ਹੀ ਮਿਹਨਤੀ ਆ ਪੁੱਤ ਸਾਡੀ। ਉਹ ਜਿਹੜੇ 16 ਮੁੰਡੇ ਸੀਗੇ ਉਹਨਾਂ ਨੇ ਸਲਾਹ ਕਰਕੇ ਮੁੰਡੇ ਦਾ ਨਾਂ ਲੈਤਾ ਜੀ, ਉਮਰ ਦੇ ਵਿੱਚ ਘੱਟ ਸੀਗਾ ਇਹਦਾ ਨਾਂ ਲੈਤਾ। ਜਦੋਂ ਅਸੀਂ ਮੁੰਡਿਆਂ ਨੇ ਮੈਨੂੰ ਕਾਲ ਤੇ ਦੱਸਿਆ, ਉਹਨਾਂ ਨੇ ਇਹ ਦੱਸਿਆ ਕਿ ਅਸੀਂ ਫਿਰ ਸਾਡੇ ਜਿਹੜੇ ਘਰ ਦੇ ਮਗਰ ਚੱਲ ਗਏ ਸੀਗੇ, ਸਾਡੇ ਵਕੀਲ ਸੀਗੇ, ਉਹਨਾਂ ਨੇ ਇੱਕ ਗੱਲ ਸਾਨੂੰ ਕਹੀ ਕਿ ਜੇਕਰ ਤੁਸੀਂ ਸਾਰੇ ਜਾਣੇ ਰਲ ਕੇ ਕਿਸੇ ਇੱਕ ਦਾ ਨਾਂ ਲੈ ਦਿੰਦੇ ਆ, ਤੁਸੀਂ ਸਾਰੇ ਜਾਣੇ ਬਰੀ ਹੋ ਜਾਓਗੇ, ਜਿਹੜਾ ਇੱਕ ਤੇ ਕੇਸ ਪੈ ਜਾਊਗਾ, ਇੱਕ ਅੰਦਰੇ ਰਹੂਗਾ, ਉਹਨੂੰ ਬਾਅਦ 'ਚ ਤੁਸੀਂ ਪੈਸੇ ਦੇ ਕੇ ਛੁਡਾ ਲਿਓ। ਹਾਂਜੀ, ਉਹਨਾਂ ਨੇ ਕਹਿ ਲਓ ਕਿ ਬਾਏ ਇੱਕ ਗਰਾਊਂਡ ਤਿਆਰ ਕੀਤੀ, ਪੂਰੀ ਗਰਾਊਂਡ ਤਿਆਰ ਕਰਕੇ ਜਿੱਦਾਂ ਉਹ ਆਪਣੇ ਬਚਾਅ ਵਾਸਤੇ ਉਹਨਾਂ ਨੇ ਇਸ ਮੁੰਡੇ ਨੂੰ ਫਸਾਤਾ ਜੀ। ਪਹਿਲਾਂ ਤੇ ਉਹਨਾਂ 17 ਨੂੰ ਇਹ ਵੀ ਨਹੀਂ, 16 ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹਨੂੰ ਬਲੱਡ ਮਨੀ ਪੈ ਜਾਣੀ। ਉਹਨਾਂ ਨੂੰ ਇਹ ਸੀਗੀ ਇਹਨੂੰ ਸਜ਼ਾ ਹੋਊਗੀ, ਸਜ਼ਾ ਕੱਟ ਕੇ ਘਰੇ ਆ ਜਾਊਗਾ। ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਇੰਨੇ ਪੈਸੇ ਪੈ ਗਏ ਇਹਨੂੰ, ਤੇ ਉਦੋਂ ਪਿੱਛੋਂ ਮੈਂ ਕੰਟੈਕਟ ਵੀ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਕਿੰਨੀ ਉਮਰ ਸੀਗੀ ਉਹਨਾਂ ਦੀ? ਉਹਦੀ 18 ਸਾਲਾਂ ਦੀ ਸੀ, 18 ਸਾਲਾਂ ਦਾ ਘਰੋਂ ਤੋਰ ਦਿੱਤਾ। ਹੁਣ ਇਸ ਵੇਲੇ ਹੋ ਗਿਆ ਉਹ 33 ਕੁ ਸਾਲਾਂ ਦਾ। ਹੁਣ ਤਾਂ ਪੁੱਤ ਵਾਹ ਹੋਈ ਆ, ਹੁਣ ਫਿਰ ਵੀ ਨਹੀਂ ਹੁੰਦਾ, ਕਿਤੇ ਜਾਬ ਨਹੀਂ ਹੁੰਦਾ, ਤਾਂ ਮੰਗਤੇ ਬਣੇ ਆ ਹੁਣ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ। ਤੇ ਅੱਜ ਅਸੀਂ ਪਹੁੰਚੇ ਹਾਂ ਸ਼ਾਹਕੋਟ ਦੇ ਪਿੰਡ ਦਾਨੇਵਾਲ ਦੇ ਵਿਖੇ, ਜਿੱਥੇ ਕਿ ਇੱਕ ਅਜਿਹਾ ਪਰਿਵਾਰ ਰਹਿੰਦਾ ਹੈ ਜਿਨ੍ਹਾਂ ਦਾ ਪੁੱਤ ਘਰ ਦੇ ਹਾਲਾਤ ਬਦਲਣ ਦੇ ਲਈ, ਗਰੀਬੀ ਨੂੰ ਖਤਮ ਕਰਨ ਦੇ ਲਈ ਤੇ ਰੋਜ਼ੀ ਰੋਟੀ ਦੇ ਲਈ ਵਿਦੇਸ਼ ਗਿਆ ਸੀ। ਪਰ ਉੱਥੇ ਜਾ ਕੇ ਹਾਲਾਤ ਜਿਹੜੇ ਉਹ ਕੁਝ ਹੋਰ ਹੀ ਹੋ ਗਏ। ਕਤਲ ਕੇਸ ਦੇ ਵਿੱਚ ਇਹਨਾਂ ਦਾ ਪੁੱਤ ਜਿਹੜਾ ਹੈ ਉਹ ਫਸ ਗਿਆ। ਸਜ਼ਾ ਵੀ ਪੂਰੀ ਹੋ ਗਈ, ਪਰ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਛੱਡਿਆ ਨਹੀਂ ਗਿਆ ਤੇ 95 ਲੱਖ ਬਲੱਡ ਮਨੀ ਦੀ ਮੰਗ ਕੀਤੀ ਜਾ ਰਹੀ ਹੈ ਉਧਰਲੀ ਸਰਕਾਰ ਤੋਂ। ਤੇ ਇਸ ਟਾਈਮ ਸਾਡੇ ਨਾਲ ਉਹਨਾਂ ਦਾ ਪਰਿਵਾਰ ਜਿਹੜਾ ਆ ਮੌਜੂਦ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਸਾਰਾ ਮਾਮਲਾ ਜਾਣਦੇ ਆ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ ਪੁੱਤ। ਅੰਕਲ ਜੀ, ਸਾਨੂੰ ਸਾਰਾ ਜਿਹੜਾ ਹੈਗਾ ਮਾਮਲਾ ਦੱਸੋ, ਕਿਵੇਂ ਤੁਹਾਡਾ ਪੁੱਤ ਬਾਹਰ ਗਿਆ ਸੀ, ਕਿੰਨੇ ਸਾਲ ਬਾਅਦ ਉਹਨਾਂ ਦੇ ਜਿਹੜਾ ਹੈਗਾ ਇਹ ਕੇਸ ਉਹਨਾਂ ਦੇ ਉੱਤੇ ਪੈ ਜਾਂਦਾ ਹੈ, ਤੇ ਜਿਹੜੀ ਹੈਗੀ ਕਿੰਨੀ ਸਜ਼ਾ ਹੋਈ ਸੀਗੀ ਕੱਟਣ ਤੋਂ ਬਾਅਦ, ਕੀ ਜਿਹੜੇ ਹਾਲਾਤ ਰਹੇ ਨੇ, ਸਾਰੀ ਸਾਨੂੰ ਗੱਲਬਾਤ ਦੱਸੋ। ਪੁੱਤ ਮੈਨੂੰ ਤਾਂ ਚਲੋ ਇੰਨਾ ਮੈਂ ਪੜ੍ਹਿਆ ਲਿਖਿਆ ਤਾਂ ਨਹੀਂ ਆ, ਮੈਂ ਤਾਂ ਇੱਦਾਂ ਮੈਨੂੰ ਵੀ ਪਤਾ ਵੀ 14 ਸਾਲ ਹੋ ਗਏ ਪੁੱਤ ਫਸੇ ਨੂੰ ਇਹਨੂੰ। ਸਾਰਿਆਂ ਸਰਕਾਰ ਮੋਹਰੇ ਬੇਨਤੀਆਂ ਸਾਰੀਆਂ ਮੋਹਰੇ ਕੀਤੀ ਹੈ, ਸਾਡੀ ਕਿਸੇ ਨੇ ਸੁਣੀ ਨਹੀਂ, ਸਾਡੀ ਗਰੀਬਾਂ ਦੀ। ਅਸੀਂ ਇਹੋ ਹੀ ਹੈ ਵੀ ਸਾਡਾ ਕੱਲਾ ਪੁੱਤ ਹੈ, ਕਿਤੇ ਸਾਡੇ ਸਾਰੇ ਭੈਣ ਭਰਾ ਸਾਡੇ ਜਿੰਨੇ ਬਾਹਰ ਦੇਸਾਂ ਪ੍ਰਦੇਸਾਂ 'ਚ ਬੈਠੇ ਆ ਵੀ ਸਾਡੀ ਹੈਲਪ ਕਰਨ, ਇਹਨੂੰ ਬੱਚੇ ਨੂੰ ਆਪਾਂ ਕਢਾਉਣ ਦੀ ਕੋਸ਼ਿਸ਼ ਕਰੀਏ। ਕਿਤੇ ਬੱਚਾ ਸਾਡੇ ਢਿੱਡ ਨਾਲ ਕਿਤੇ ਲਿਆ ਕੇ ਲਾ ਦੇਵੋ, ਤੇ ਸਾਡੀ ਬਹੁਤ ਧੰਨਵਾਦ ਆ ਤੁਹਾਡਾ। ਅੰਕਲ ਜੀ, ਕਿਹੜੇ ਸਾਲ ਦੇ ਵਿੱਚ ਤੁਹਾਡਾ ਪੁੱਤ ਜਿਹੜਾ ਸੀਗਾ ਉਹ ਬਾਹਰ ਗਿਆ ਸੀਗਾ ਦੁਬਈ ਦੇ ਵਿੱਚ? 6 'ਚ ਗਿਆ ਸੀ। ਅੱਛਾ, ਤੇ ਮਤਲਬ ਲਗਭਗ ਜਿਹੜੇ ਹੈਗੇ ਉਹਨਾਂ ਨੂੰ 14 ਸਾਲ 13-14 ਸਾਲ ਹੋ ਚੁੱਕੇ ਨੇ। 14 ਸਾਲ ਹੋ ਚੱਲੇ 14। ਤੇ ਕੇਸ ਜਿਹੜਾ ਹੈ ਉਹ ਕਦੋਂ ਪਿਆ ਸੀਗਾ? ਇਹ ਮੁੰਡਾ ਇੱਧਰ ਜੀ ਬਾਹਰ ਪਹਿਲਾਂ ਕੰਪਨੀ 'ਚ ਕੰਮ ਕਰਦਾ, ਕੰਪਨੀ ਤੋਂ ਬਾਹਰ ਹੋ ਗਿਆ ਸੀਗਾ। ਉੱਥੋਂ ਵੀ ਮੁੰਡਿਆਂ ਨੇ ਕਿਤੇ ਮਿਲਣ ਵਾਸਤੇ ਆਇਆ ਸੀਗਾ ਕਿਸੇ ਨੂੰ, ਦੂਜੇ ਮੁੰਡਿਆਂ ਨੂੰ, ਇਹਦਾ ਕੋਈ ਯਾਰ ਦੋਸਤ ਹੋਣਗੇ ਇਹਦੇ। ਉਹਨਾਂ ਮੁੰਡਿਆਂ ਨੇ ਇਹਨੂੰ ਕਿਹਾ ਵੀ ਤੂੰ ਇੱਧਰ ਸਾਡੇ ਵੱਲ ਆ ਜਾ, ਇੱਥੇ ਤੂੰ ਇੱਧਰ ਦੂਜੇ ਬੰਨੇ ਇਕੱਲਾ ਤੁਰਿਆ ਫਿਰਦਾ ਆ। ਕਿਤੇ ਜਦੋਂ ਇਹਦੀ ਮਾੜੀ ਕਿਸਮਤ, ਕਿਤੇ ਇਹ ਵੀ ਉੱਧਰੋਂ ਪੈਰ ਪੱਟ ਕੇ ਇੱਧਰ ਆ ਗਿਆ ਇਹਨਾਂ ਮੁੰਡਿਆਂ ਵੱਲ। ਇੱਧਰ ਕਿਤੇ ਕਤਲ ਹੋਇਆ ਸੀ ਪਹਿਲਾਂ ਦਾ। ਉਹ ਜਦੋਂ ਇਹ ਮੁੰਡਾ ਉੱਧਰੋਂ ਇਹਨਾਂ ਕੋਲ ਆ ਗਿਆ, 4-5 ਦਿਨ ਆਉਣ ਨੂੰ ਹੋਏ ਆ, ਪਹਿਲਾਂ ਮੁੰਡੇ ਉਹ ਚੱਕੇ ਗਏ ਆ। ਉਹਨਾਂ ਮੁੰਡਿਆਂ ਦਾ ਕਟਾਪਾ ਚੜਿਆ ਵੀ ਨਹੀਂ, ਇਹਦਾ ਇਕੱਲੇ ਦਾ ਨਾਂ ਲੈ ਦਿੱਤਾ ਆ, ਬਾਕੀ ਸਾਰੇ ਛੁੱਟਿਆ, ਇਹੋ ਹੀ ਰਹਿ ਗਿਆ ਉੱਥੇ। ਕਿੰਨੇ ਜਾਣੇ ਉੱਥੇ ਸੀਗੇ ਉਸ ਕਤਲ ਦੇ ਵਿੱਚ? 12 ਜਾਣੇ ਹੋਣਗੇ ਪੁੱਤ। ਤੇ ਉਹਨਾਂ ਵਿੱਚੋਂ ਬਾਕੀ ਸਾਰਿਆਂ ਨੂੰ ਛੱਡ ਦਿੱਤਾ ਤੇ ਤੁਹਾਡੇ ਪੁੱਤ ਨੂੰ ਇਕੱਲੇ ਨੂੰ? ਇਹਨੂੰ ਇਹੋ ਹੀ ਫਸਿਆ। ਹੁਣ ਇਹਨੂੰ ਫਿਰ ਫਾਂਸੀ ਦਾ ਆਰਡਰ ਹੋ ਗਿਆ ਵਿੱਚ। ਫਿਰ ਹੁਣ 11 ਸਾਲ ਦੀ ਸਜ਼ਾ ਹੋਈ ਆ। ਫਿਰ 95 ਲੱਖ ਰੁਪਈਆ ਇਹਨੀ ਬਲੱਡ ਮਨੀ ਪਾਤੀ ਆ। ਹੁਣ ਅਸੀਂ ਕਿੱਥੋਂ ਗਰੀਬਾਂ ਨੂੰ ਬਲੱਡ ਮਨੀ ਇੱਥੋਂ ਦੇ ਦੇਣੀ ਆ? ਤਾਂ ਸਾਡੀ ਤਾਂ ਇਹੋ ਸਰਕਾਰਾਂ ਮੋਹਰੇ ਇਹੋ ਹੀ ਹੱਥ ਬੰਨ੍ਹ ਬੇਨਤੀ ਹੈ ਵੀ ਸਾਡੀ ਕਿਤੇ ਗਰੀਬ ਬੰਦੇ ਸੁਣ ਲਓ, ਸਾਡਾ ਬੱਚਾ ਕਢਾ ਕੇ ਸਾਡੇ ਢਿੱਡ ਨਾਲ ਲਿਆ ਕੇ ਲਾ ਦਿਓ ਸਾਡੇ।
ਤੇ ਜਿਹੜਾ ਹੈਗਾ ਅਸੀਂ ਆਫ ਕੈਮਰਾ ਵੀ ਗੱਲਬਾਤ ਕਰਦੇ ਸੀਗੇ ਤੇ ਤੁਸੀਂ ਦੱਸਿਆ ਸੀਗਾ ਕਿ ਫਾਂਸੀ ਦੀ ਜਿਹੜੀ ਹੈਗੀ ਸਜ਼ਾ ਵੀ ਸੁਣਾ ਦਿੱਤੀ ਸੀ ਤੇ ਉਹਦੇ ਉੱਤੇ ਤੁਸੀਂ ਸਾਰਾ ਜਿਹੜਾ ਵੇਚ ਵੱਟ ਕੇ ਲਾ ਦਿੱਤਾ ਸੀਗਾ, ਉਹਦੇ ਬਾਰੇ ਦੱਸ। 4-5 ਕਿੱਲੇ ਪੈਲੀ ਦੇ ਸੀ, ਮੇਰੀ ਸਾਰੀ ਪੈਲੀ ਵਿਕ ਗਈ ਆ, ਕਨਾਲ ਖੰਡ ਰਹਿ ਗਈ ਆ ਸਾਰੀ। ਮੈਂ ਤਾਂ ਦਿਹਾੜੀਆਂ ਕੰਮ ਨਾਲ ਮੇਰੇ ਗੋਡੇ, ਮੈਂ ਸ਼ੂਗਰ ਹੋਈ ਆ ਮਰੀਜ਼, ਮੈਂ ਸ਼ੂਗਰ ਦਾ ਮਰੀਜ਼, ਇਹਨੂੰ ਅਟੈਕ ਹੋਇਆ ਹੈ, ਇਹਨੂੰ ਇਹ ਵੀ ਅਟੈਕ ਦੇ ਤਾਂ ਇਹੋ ਹੀ ਆ ਵੀ ਸਾਡਾ ਬੱਚਾ ਸਾਡਾ ਆ ਜਾਵੇ, ਸਾਡਾ ਕਿਤੇ ਮੂੰਹ ਦੇਖ ਲਵੇ, ਅਸੀਂ ਉਹਦਾ ਮੂੰਹ ਦੇਖ ਲਈਏ। ਤਾਂ ਇਹੋ ਹੀ ਆ, ਸਾਡੇ ਹੱਥ ਬੰਨ ਬੇਨਤੀ ਆ, ਇਹੋ ਹੀ ਸਰਕਾਰਾਂ ਮੂਹਰੇ ਇਹੋ ਹੀ ਬੇਨਤੀ ਕੀਤੀ ਜਾਂਦੀ ਵੀ ਸਾਡਾ ਕਿਤੇ ਪੁੱਤ ਸਾਡਾ ਢੱਡ ਨਾ ਕਿਤੇ ਲਿਆ ਕੇ ਲਾ ਦਿਓ। ਤੇ ਮਾਤਾ ਜੀ ਤੁਸੀਂ ਕਿਸੇ ਵਿਦੇਸ਼ ਮੰਤਰੀ ਜਿਹੜੇ ਆਪਣੇ ਆ ਉਹਨਾਂ ਨੂੰ ਤੁਸੀਂ ਗੁਹਾਰ ਲਗਾਈ ਸੀਗੀ? ਸਾਰੀਆਂ ਸਰਕਾਰਾਂ ਕੋ ਗਏ ਸੀ, ਦਿੱਲੀ ਵੀ ਗਏ, ਸੁਸ਼ਮਾ ਸਵਰਾਜ ਕੋ ਵੀ, ਸਿਮਰਤ ਕੌਰ ਬਾਦਲ ਕੋ ਵੀ ਗਏ ਆ। ਤੁਸੀਂ ਸੁਸ਼ਮਾ ਸਵਰਾਜ ਕੋਲ ਕਦੋਂ ਗਏ ਸੀ? ਤੁਹਾਡਾ ਉਹਨਾਂ ਦੇ ਨਾਲ ਮੇਲ ਹੋਇਆ ਤੇ ਗੱਲਬਾਤ ਹੋਈ ਤੁਹਾਡੀ ਉਹਨਾਂ ਦੇ ਨਾਲ? ਚਿੱਠੀ ਲੈ ਲੈਂਦੇ ਰਹੇ ਆ ਵੀ ਚਿੱਠੀ ਦੇ ਜੋ, ਅਸੀਂ ਆਪੇ ਤੁਹਾਨੂੰ ਅਸੀਂ ਦੱਸਾਂਗੇ, ਬੈਠਾਂ ਕੁ ਦਿਨਾਂ ਤੇ ਜਵਾਬ ਦੇਵਾਂਗੇ, ਪਰ ਜਵਾਬ ਨਹੀਂ ਕੋਈ ਵੀ ਦਿੱਤਾ। ਸਿਮਰਤ ਕੌਰ ਬਾਦਲ ਨੂੰ ਵੀ 3 ਵਾਰ ਚਿੱਠੀ ਲਿਖ ਕੇ ਦੇ ਕੇ ਆਏ ਆ, ਪਰ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਤੁਸੀਂ ਸੁਸ਼ਮਾ ਸਵਰਾਜ ਜੀ ਨੂੰ ਦੁਬਾਰਾ ਚਿੱਠੀ ਲਿਖੀ ਸੀ ਉਸ ਤੋਂ ਬਾਅਦ ਜਦੋਂ 8 ਦਿਨਾਂ ਬਾਅਦ ਜਵਾਬ ਨਹੀਂ ਆਇਆ ਕੋਈ? ਨਹੀਂ, ਅਸੀਂ ਮੁੜ ਕੇ ਨਹੀਂ ਲਿਖੀ, ਉਹਨਾਂ ਦਾ ਜਵਾਬ ਨਹੀਂ ਆਇਆ ਕੋਈ ਵੀ। ਫਿਰ ਮੁੜ ਕੇ ਨਹੀਂ ਅਸੀਂ ਲਿਖੀ ਚਿੱਠੀ। ਫਿਰ ਅਸੀਂ ਭਗਵੰਤ ਮਾਨ ਕੋਲ ਵੀ ਗਏ, ਉਹਨਾਂ ਨੇ ਗੱਲ ਤਾਂ ਬਹੁਤ ਸੋਹਣੀ ਸਾਡੀ ਸੁਣੀ, ਪਰ ਉਹਨਾਂ ਨੇ ਵੀ ਜਵਾਬ ਨਹੀਂ ਕੋਈ ਦਿੱਤਾ ਸਾਨੂੰ। ਗਏ ਅਸੀਂ ਸਾਰੇ ਫਿਰ ਕੇ, ਅੱਕ ਹਾਰ ਕੇ ਅਸੀਂ ਹੁਣ ਪੈ ਗਏ ਘਰ। ਜਦੋਂ ਤੁਸੀਂ ਭਗਵੰਤ ਮਾਨ ਜੀ ਦੇ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਤੁਹਾਨੂੰ ਕੀ ਦਿਲਾਸਾ ਦਿੱਤਾ ਸੀਗਾ? ਉਹ ਕਹਿੰਦੇ ਸੀ ਮੈਂ ਜੋਗਾ ਉਹ ਚਿੱਠੀ ਪਾਉਣਾ ਆ, ਜੋ ਉਧਰੋਂ ਆਊਗਾ ਤੇ ਫਿਰ ਮੈਂ ਤੁਹਾਨੂੰ ਦੱਸੂਗਾ, ਪਰ ਉਹਨਾਂ ਨੇ ਵੀ ਫਿਰ ਦੱਸਿਆ ਨਹੀਂ ਕੁਛ ਵੀ, ਸਾਨੂੰ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਵੀ। ਕਹਿੰਦੇ ਉਧਰੋਂ ਜੋ ਮੈਨੂੰ ਜਵਾਬ ਆ ਗਿਆ ਫਿਰ ਮੈਂ ਤੁਹਾਨੂੰ ਦੱਸੂਗਾ, ਉਹਨਾਂ ਨੇ ਵੀ ਫਿਰ ਦੱਸਿਆ ਨਹੀਂ ਕੁਛ ਵੀ ਸਾਨੂੰ। ਸਜ਼ਾ ਪੂਰੀ ਹੋਈ ਨੂੰ ਕਿੰਨਾ ਟਾਈਮ ਹੋ ਗਿਆ ਹੈ? ਸਜ਼ਾ ਪੂਰੀ ਹੋਈ ਨੂੰ 2.5 ਸਾਲ ਹੋ ਗਏ ਆ। ਹਾਂ 2.5 ਸਾਲ ਉੱਤੇ ਘੱਟ ਰਿਹਾ ਉਹ। ਹੁਣ ਆ ਗਾਂ ਜਨਵਰੀ ਨੂੰ 3 ਸਾਲ ਹੋ ਜਾਣੇ ਆ, 11 ਸਾਲ ਦੀ ਸਜ਼ਾ ਕੱਟੀ ਨੂੰ ਤੇ ਆ 3 ਸਾਲ ਉੱਤੇ ਹੋ ਜਾਣੇ ਜਨਵਰੀ ਨੂੰ, 10 ਜਨਵਰੀ। 3 ਸਾਲ ਹੋਣ ਚੱਲੇ ਆ ਤੇ ਉਹ ਤੋਂ ਬਾਅਦ ਤੁਸੀਂ ਸਰਕਾਰ ਨੂੰ ਦੱਸਿਆ ਜਾਂ ਕਿਸੇ ਤੱਕ ਪਹੁੰਚ ਕੀਤੀ ਤੇ ਉਹਨਾਂ ਨੂੰ ਦੱਸਿਆ ਵੀ ਇੰਨੀ ਬਲੱਡ ਮਨੀ ਮੰਗ ਰਹੇ ਹੋ ਤੇ ਘਰ ਦੇ ਹਾਲਾਤ ਦੇਖ ਕੇ ਬਿਲਕੁਲ ਨਹੀਂ ਲੱਗਦਾ ਵੀ ਕਿ ਤੁਸੀਂ ਇੰਨਾ ਜਿਹੜਾ ਹੈਗਾ ਅਫੋਰਡ ਕਰ ਪਾਓਗੇ ਜਾਂ ਦੇ ਕੇ ਆਪਣਾ ਪੁੱਤ ਜਿਹੜਾ ਵਾਪਸ ਲੈ ਕੇ ਆਓਗੇ। ਤੁਸੀਂ ਦੁਬਾਰਾ ਕਿਸੇ ਨਾਲ ਗੱਲਬਾਤ ਕੀਤੀ ਭਗਵੰਤ ਮਾਨ ਜੀ ਨਾਲ ਜਾਂ ਕਿਸੇ ਹੋਰ? ਦੁਬਾਰਾ ਨਹੀਂ ਗਏ ਅਸੀਂ ਹਜੇ ਉਹ ਉਦੋਂ ਦੇ ਗਏ ਅਸੀਂ 2 ਸਾਲ ਹੋ ਗਏ ਗਿਆਨ ਸਾਨੂੰ, ਮੁੜ ਕੇ ਨਹੀਂ ਗਏ ਹਜੇ ਅਸੀਂ। ਹੁਣ ਤਾਂ ਭੈਣ ਭਰਾਵਾਂ ਦੇ ਮੋਹਰੇ ਹੀ ਆ ਬੇਨਤੀ, ਬਸ ਦੇਸਾਂ ਵਿਦੇਸ਼ਾਂ 'ਚ ਬੈਠਿਆਂ ਦੇ ਸਾਰੇ ਭੈਣ ਭਰਾਵਾਂ ਨੂੰ ਇਹ ਜਿੰਨੀ ਹੈਲਪ ਹੁੰਦੀ ਆ। ਸਾਡੇ ਕੋਲ ਤਾਂ ਹੁਣ ਕੁਛ ਨਹੀਂ ਗਾ, ਵੇਚ ਵੱਟ ਲਿਆ, ਪੈਲੀ ਵੀ ਵਿਕ ਗਈ ਆ, ਕੁਛ ਨਹੀਂ ਸਾਡੇ ਕੋਲ ਹੁਣ ਤਾਂ ਬੇਟੇ। ਹੁਣ ਤਾਂ ਇਸ ਵੇਲੇ ਰੋਟੀ ਵੀ ਅੰਤਾਦਾਰ ਰਿਹਾ, ਉਹ ਆ ਕੇ ਪਾਣੀ ਦਾ ਘੁੱਟ ਫੜਾਉਣ ਵਾਲਾ ਸਾਨੂੰ ਆ ਜਾਵੇ ਘਰ, ਇੱਕ ਵਾਰੀ ਮਿਲ ਲਵੇ ਆ ਕੇ, ਬਸ ਇਹੋ ਹੀ ਆ ਮਿਹਨਤ ਸਾਡੀ ਸਾਰਿਆਂ ਦੇ ਮੋਹਰੇ। SP ਅਬਰਾਜ ਸਾਹਿਬ ਮੋਹਰੇ ਵੀ ਇਹੋ ਹੀ ਬੇਨਤੀ ਆ, ਚੱਲ ਹੋਊ ਜਿੰਨੀ ਜੋਗੇ ਅਸੀਂ ਕਰਾਂਗੇ, ਬਾਕੀ ਕਰ ਕਤਰ ਕੇ ਸਾਡਾ ਪੁੱਤ ਲਿਆ ਦੇਵੇ ਘਰ, ਬਸ ਇਹੋ ਹੀ ਮਿਹਨਤੀ ਆ ਪੁੱਤ ਸਾਡੀ। ਬਾਪੂ ਜੀ ਜਦੋਂ ਕਤਲ ਹੋਇਆ ਸੀਗਾ ਤੇ ਤੁਹਾਡਾ ਪੁੱਤ ਉੱਥੇ ਗਿਆ ਸੀ, ਉਹਨਾਂ ਨੂੰ ਇਹ ਪਤਾ ਨਹੀਂ ਲੱਗਾ ਸੀਗਾ ਕਿ ਪਹਿਲੇ ਉੱਥੇ ਕਤਲ ਹੋਇਆ ਪਿਆ ਆ? ਇਹਨੂੰ ਪਤਾ ਹੀ ਉਦੋਂ ਹੀ ਲੱਗਾ ਜਦੋਂ ਫੜ ਕੇ ਜਿੱਦਣ ਉਹ ਫੜ ਲਗਾ ਉਦੋਂ ਮਗਰੇ ਇਹ ਚਕਾਤਾ ਉਹਨਾਂ ਨੇ। ਤੇ ਜਦੋਂ ਮੁੰਡਿਆਂ ਦੇ ਕੋਲ ਜਿਨ੍ਹਾਂ ਨੇ ਕਤਲ ਕੀਤਾ ਸੀ, ਜਾਂ ਅਸੀਂ ਕਹਿ ਸਕਦੇ ਜਿੱਥੇ ਉਹ ਸਾਰੀ ਵਾਰਦਾਤ ਹੋਈ ਸੀਗੀ ਉਸ ਜਗ੍ਹਾ ਤੇ ਗਏ, ਉਸ ਜਗ੍ਹਾ ਤੋਂ ਜਾਣ ਤੋਂ ਕਿੰਨੇ ਦਿਨਾਂ ਬਾਅਦ ਜਿਹੜੀ ਹੈਗੀ ਹੈ ਇਹ ਗੱਲ ਬਾਹਰ ਆਈ ਸੀਗੀ ਕਤਲ ਵਾਲੀ? ਇਹ ਮਗਰ ਛੇਤੀ ਹੀ ਹੋ ਗਈ ਪੁੱਤ, ਉਦੋਂ ਹੀ ਜਦੋਂ ਸਾਨੂੰ ਤਾਂ ਇੱਥੇ ਪਤਾ ਮਗਰੋਂ ਲੱਗਾ ਜਦੋਂ ਫੜਿਆ ਗਿਆ ਇਹ ਇੱਥੇ। ਤੇ ਜਦੋਂ ਕੋਈ ਇਹਦਾ ਮੁੰਡਾ ਇੱਥੇ ਯਾਰ ਦੋਸਤ ਸੀਗਾ ਇੱਥੋਂ ਲਾਗੇ ਸੀ, ਉਹਦਾ ਪੇ ਆ ਤਾਂ ਸਾਨੂੰ ਉਸ ਤੋਂ ਪਤਾ ਲੱਗਾ ਸੀਗਾ ਵੀ ਹੁਣ ਬੱਚਾ ਜੇ ਫੜਿਆ ਜਾਂਦਾ ਤੇ ਆ ਮੋਬਾਈਲ ਬੰਦ ਆਉਂਦੇ ਉਦੋਂ ਕਹਿੰਦਾ। ਸੱਚੀ ਉਹ ਜਦੋਂ ਅਸੀਂ ਰਾਤ ਨੂੰ ਫੋਨ ਲਾਇਆ ਤੇ ਸੱਚੀ ਮੋਬਾਈਲ ਬੰਦ ਆਉਣ ਲੱਗ ਪਿਆ ਸੀਗਾ, ਮੁੰਡਾ ਚੁਕਾਤਾ ਨਹੀਂ ਕਿਸੇ ਨੇ। ਉਹ ਹੋਈ ਇੱਦਾਂ ਹੀ ਹੋਈ, ਮੁੰਡਾ ਉਦੋਂ ਨਹੀਂ, ਫੇਰ ਨਹੀਂ ਮੁੜ ਕੇ ਫੋਨ ਹੀ ਨਹੀਂ ਆਇਆ, 3 ਮਹੀਨੇ ਨਹੀਂ ਫੋਨ ਆਇਆ ਸਾਡਾ। ਤੇ ਜਦੋਂ ਉਹਨਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਲੈ ਕੇ ਗਏ, ਉਹਨਾਂ ਦੇ ਨਾਲ ਬਾਕੀ ਮੁੰਡੇ ਵੀ ਸੀਗੇ, ਉਹਨਾਂ ਨੂੰ ਕਦੋਂ ਛੱਡ ਦਿੱਤਾ ਸੀ, ਰਿਹਾ ਕਰ ਦਿੱਤਾ ਸੀਗਾ? ਉਹ ਵੀ ਇੱਦਾਂ ਹੀ ਪੁੱਤ ਨਾਲ ਜਿੱਦਾਂ ਕਿਸੇ 6 ਮਹੀਨਿਆਂ ਬਾਅਦ ਕੋਈ ਸਾਲ ਬਾਅਦ ਇੱਦਾਂ ਛੱਡ ਦਿੱਤੇ, ਸਾਰੇ ਛੱਡ ਦਿੱਤੇ ਉਹ। ਤੇ ਉਹ ਸਾਰੇ ਕਿੱਥੇ ਨੇ? ਉੱਥੇ ਵਿਦੇਸ਼ ਦੇ ਵਿੱਚ ਵੀ ਹੈ ਕਿ ਪੰਜਾਬ 'ਚ ਆ ਗਏ ਨੇ? ਇਹ ਪੰਜਾਬ 'ਚ ਆ ਗਏ ਸਾਰੇ ਪੁੱਤ ਆ ਗਏ। ਤਾਂ ਕਿਸੇ ਨੇ ਤੁਹਾਡੇ ਨਾਲ ਮਿਲਣ ਦੀ ਕੋਸ਼ਿਸ਼ ਕੀਤੀ? ਕੋਈ ਨਹੀਂ ਆਇਆ ਇੱਥੇ, ਨਹੀਂ ਕੋਈ ਨਹੀਂ ਸਾਨੂੰ ਮਿਲਣ ਵਾਸਤੇ ਆਇਆ ਪੁੱਤ। ਤੁਸੀਂ ਫੋਨ ਕਰਕੇ ਕੰਟੈਕਟ ਕਰਕੇ ਉਹਨਾਂ ਨੂੰ ਪੁੱਛਣ ਦੀ ਗੱਲਬਾਤ ਕੀਤੀ ਵੀ ਮਾਮਲਾ ਕੀ ਹੋਇਆ ਸੀਗਾ? ਹੁਣ ਫੋਨ ਮੁੱਤ ਸਾਡੇ ਕੋਲ ਨੰਬਰ ਹੋਣ ਤਾਂ ਹੀ ਅਸੀਂ ਕਰਾਂਗੇ, ਕਿਸੇ ਨੂੰ ਜਾਂ ਸਾਡੇ ਕੋਲ ਨੰਬਰ ਹੀ ਹੈ ਨਹੀਂ ਤੇ ਅਸੀਂ ਕਿਹਦਾ ਫੋਨ ਲਾਵਾਂਗੇ ਉੱਥੇ। ਤੇ ਹੁਣ ਇਸ ਵਕਤ ਵੀ ਤੁਹਾਡਾ ਬੇਟਾ ਜੇਲ੍ਹ ਦੇ ਵਿੱਚ ਹੈ ਤੇ ਤੁਹਾਡੀ ਗੱਲਬਾਤ ਹੁੰਦੀ ਉਹਨਾਂ ਦੇ ਨਾਲ? ਹਾਂਜੀ ਆ ਜਾਂਦਾ, ਮਹੀਨੇ ਕੁ ਬਾਅਦ ਫੋਨ ਆ ਜਾਂਦਾ ਹੁੰਦਾ ਹੈ ਤੇ ਉਹਨਾਂ ਚਲੋ ਰਾਜੀ ਖੁਸ਼ੀ ਸਾਨੂੰ ਦੱਸ ਦਿੰਦਾ ਆ, 5 ਮਿੰਟ ਆਉਂਦਾ ਹੁੰਦਾ, ਚਲੋ ਰਾਜੀ ਖੁਸ਼ੀ ਸਾਡਾ ਢਿੱਡ ਠੰਡਾ ਹੋ ਜਾਂਦਾ ਜਦੋਂ ਫੋਨ ਆ ਜਾਂਦਾ।
ਹੋਰ ਸਾਡਾ ਨੰਬਰ ਜੀ 9814499029 ਆ। ਚਲੋ ਜੇ ਕਿਤੇ ਭੈਣ ਭਰਾ ਨੇ ਸਫ਼ਰ ਕਰਨਾ ਹੋਵੇ ਤਾਂ ਕਰ ਸਕਦਾ ਵੀਰ। ਮਾਤਾ ਜੀ, ਜਦੋਂ ਤੁਸੀਂ ਘਰੋਂ ਪੁੱਤ ਨੂੰ ਤੋਰਿਆ ਸੀਗਾ, ਅਸੀਂ ਫੋਟੋ ਦੇਖ ਰਹੇ ਹਾਂ, ਕਾਫੀ ਛੋਟੀ ਉਮਰ ਲੱਗ ਰਹੀ ਹੈ ਤੇ ਤੁਸੀਂ ਕੀ ਸੋਚ ਕੇ ਕਿਹੜੇ ਅਰਮਾਨਾਂ ਦੇ ਨਾਲ ਉਹਨਾਂ ਨੂੰ ਘਰੋਂ ਤੋਰਿਆ ਸੀਗਾ? ਸੋਚਿਆ ਪਤਾ ਇਹੋ ਹੀ ਸੀ ਵੀ ਚੱਲ ਘਰ ਦੀ ਗਰੀਬੀ ਨਿਕਲ ਜਾਊਗੀ, ਨਿਆਣੇ ਜਨੂੰ ਤਾਂ ਤਦੇ ਘਲਾਤਾ ਘਰੋਂ ਤੋਰ ਦਿੱਤਾ, ਨਹੀਂ ਤਾਂ ਜਾਣ ਦੀ ਉਮਰ ਨਹੀਂ ਸੀ, ਹਜੇ ਗਰੀਬੀ ਬਦਲੇ ਘਲਾਇਆ ਸੀ। ਇੱਦਾਂ ਨਹੀਂ ਸੀ ਪਤਾ ਸਾਨੂੰ ਵੀ ਉਦੋਂ ਵੀ ਜ਼ਿਆਦੀ ਸਾਡੇ ਤੇ ਪੈ ਜਾਣੀ। ਹੁਣ ਤਾਂ ਅਸੀਂ ਮੰਗ ਕੇ ਖਾਣ ਵਾਲੇ ਹੋਏ ਪੁੱਤ, ਹੁਣ ਸਾਡਾ ਕੋਈ ਹਾਲ ਨਹੀਂਗਾ। ਕਿੰਨੀ ਉਮਰ ਸੀਗੀ ਉਹਨਾਂ ਦੀ ਉਦੋਂ? ਉਹਦੀ 18 ਸਾਲਾਂ ਦੀ ਸੀ, 18 ਸਾਲਾਂ ਦਾ ਘਰੋਂ ਤੋਰ ਦਿੱਤਾ। ਹੁਣ ਇਸ ਵੇਲੇ ਹੋ ਗਿਆ ਉਹ 33 ਕੁ ਸਾਲਾਂ ਦਾ। ਹੁਣ ਤਾਂ ਪੁੱਤ ਵਾਹ ਹੋਈ ਆ, ਹੁਣ ਫਿਰ ਵੀ ਨਹੀਂ ਹੁੰਦਾ, ਕਿਤੇ ਜਾਬ ਨਹੀਂ ਹੁੰਦਾ, ਤਾਂ ਮੰਗਤੇ ਬਣੇ ਆ। ਹੁਣ ਇਹੋ ਹੀ ਆ, ਮਿਹਨਤ ਬਸ ਉਹ ਘਰ ਆ ਜਾਵੇ, ਭੈਣ ਭਰਾਵਾਂ ਦੇ ਮੋਹਰੇ ਸਾਰਿਆਂ ਦੇ ਮੋਹਰੇ ਰਲ ਮਿਲ ਕੇ ਚੱਲ ਹੋ ਕਿਤੇ ਸਾਡਾ ਪੁੱਤ ਘਰ ਲਿਆਂਦਾ ਜਾਵੇ। ਇੰਨੀ ਮਿਹਨਤੀ ਆ ਸਾਰਿਆਂ ਦੇ ਮੋਹਰੇ ਪੁੱਤ, ਹੁਣ ਬਵਾਹ ਆ ਸਾਡੇ, ਫਿਰਨ ਜੋਗੇ ਵੀ ਨਹੀਂ ਅਸੀਂ ਤਾਂ ਹੁਣ ਕਿਤੇ ਵੀ। ਤੁਹਾਡੇ ਹੋਰ ਬੱਚੇ ਹੈਗੇ? ਇੱਕ ਗੁੱਡੀ ਆ ਪੁੱਤ, ਉਹ ਵਿਆਹੀ ਆ, ਉਹ ਆਪਦੇ ਘਰ ਆ, ਇੱਕੋ ਇੱਕ ਹੀ ਕਾਕਾ ਇਹ। ਇਹਦੇ ਨਾਲ ਹੀ ਟਾਈਮ ਪਾਸ ਕਰਨਾ, ਇਹ ਪਾਣੀ ਦਾ ਘੁੱਟ ਫੜਾਉਣ ਵਾਲਾ ਆ ਸਾਨੂੰ, ਸਾਡਾ ਹੋਰ ਹੈ ਨਹੀਂ ਕੋਈ ਵੀ ਪੁੱਤ। ਜਦੋਂ ਇਹਨਾਂ ਨੂੰ ਤੁਸੀਂ ਵਿਦੇਸ਼ ਤੋਰਿਆ ਸੀ, ਉਹ ਤੋਂ ਪਹਿਲਾਂ ਘਰ ਦੇ ਹਾਲਾਤ ਕਿੱਦਾਂ ਦੇ ਸੀਗੇ? ਇੱਦਾਂ ਨਹੀਂ ਰਹੀ ਪਹਿਲਾਂ ਇਦਾਂ ਦੇ ਹੀ ਸੀ ਪੁੱਤ, ਗਰੀਬੀ ਬਦਲੇ ਹੀ ਹੋ ਰਿਹਾ ਸੀ। ਇਦਾਂ ਦੇ ਹਾਲਾਤ ਪਹਿਲਾਂ ਸੀ, ਹੁਣ ਉਦੋਂ ਵੀ ਜ਼ਿਆਦਾ ਹੋ ਗਏ ਆ, ਹੁਣ ਉਦੋਂ ਵੀ ਜ਼ਿਆਦਾ ਗਰੀਬੀ ਪੈ ਗਈ ਆ। ਤੇ ਕਿੰਨੇ ਕੁ ਪੈਸੇ ਹੁਣ ਤੱਕ ਤੁਸੀਂ ਲਾ ਚੁੱਕੇ ਹੋ ਇਸ ਕੇਸ ਤੇ? ਬਹੁਤ ਲਾ ਹਟੇ ਸੀ, ਸਾਡੀ ਪੈਲੀ ਵੀ ਵਿਕ ਗਈ ਸਾਰੀ ਜਿਹੜੀ ਸੀਗੀ। ਅਸੀਂ ਵਿਆਜੀ ਚੱਕ ਕੇ ਵੀਰ ਭੈਣ ਭਰਾਵਾਂ ਕੋ ਫੜ ਕੇ ਬਹੁਤ ਪੈਸਾ ਲਾਇਆ ਸੀ ਪੁੱਤ, ਪੈਸੇ ਦਾ ਨਾ ਪੁੱਛ ਤੂੰ, ਬਹੁਤ ਲਾਇਆ। ਕਿੰਨੀ ਬਲੱਡ ਮਨੀ ਦੀ ਮੰਗ ਕਰ ਰਹੀ ਉਧਰਲੀ ਸਰਕਾਰ? 95 ਲੱਖ ਆ ਪੁੱਤ ਪਾਇਆ ਆ, 95 ਲੱਖ ਕਹਿੰਦੇ ਦਵੋਗੇ ਤਾਂ ਮੁੰਡਾ ਛੱਡਣਾ ਆ, ਨਹੀਂ ਤਾਂ ਨਹੀਂ। ਸਜ਼ਾ ਵੀ ਪੂਰੀ ਕੱਟ ਲਈ, ਉਹਦੇ ਬਾਵਜੂਦ ਵੀ ਇੰਨੀ ਬਲੱਡ ਮਨੀ ਦੀ ਮੰਗ? ਉਹ ਹਾਂ, ਸਜ਼ਾ ਵੀ 11 ਸਾਲ ਦੀ ਕੱਟ ਲਈ ਆ, ਤੇ 13-14 ਸਾਲ ਹੀ ਹੋ ਗਏ ਹੁਣ ਸਮਝ ਲਓ ਫੜੇ ਨੂੰ ਸਜ਼ਾ ਕੱਟਦੇ ਨੂੰ, ਤੇ ਫੇਰ ਵੀ ਬਲੱਡ ਮਨੀ ਮੰਗਦੇ ਆ। ਕਹਿੰਦੇ ਅਸੀਂ ਇਹ 50 ਸਾਲੀ ਆ ਜਾਵੇ, ਕੋਈ ਉਹਦੇ ਦੇ ਘਰ ਦਾ ਜਿਹੜਾ ਮਰਿਆ ਵਾ 20 ਸਾਲੀ ਆ ਜਾਵੇ, ਅਸੀਂ ਉਹਨਾਂ ਲਈ ਲੈ ਕੇ ਰੱਖਣੇ ਪੈਸੇ, ਵੀ ਉਹਨਾਂ ਨੂੰ ਦੇਣੇ ਆ, ਵੀ ਬੰਦਾ ਹੀ ਛੱਡ ਦਿੱਤਾ ਤਾਂ ਉਹ ਪੈਸੇ ਰੱਖ ਗਿਆ ਵਾ। ਇਸ ਵਕਤ ਹੁਣ ਸਾਡੇ ਨਾਲ ਜਿਹੜਾ ਹੈਗਾ ਇਸ ਪਿੰਡ ਦੇ ਸਰਪੰਚ ਵੀ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਕਵਲਜੀਤ ਸਿੰਘ, ਪਿੰਡ ਦਾਨੇਵਾਲ ਜੀ, ਮੇਰਾ ਸਰਪੰਚ ਮੈਂ ਇੱਥੋਂ ਦਾ, ਮੇਰੀ ਵਾਈਫ ਸਰਪੰਚ ਹਰਕੀਰਤ ਕੌਰ। ਹਾਂਜੀ ਕਮਲ ਜੀ, ਤੁਸੀਂ ਜਿਹੜਾ ਹੈਗਾ ਇਹ ਮਾਮਲਾ ਤੁਹਾਡੇ ਪਿੰਡ ਦਾ ਆ, ਤੁਸੀਂ ਕਿੱਥੇ ਤੱਕ ਜਿਹੜੀ ਹੈਗੀ ਗੁਹਾਰ ਲਗਾਈ ਆ, ਤੇ ਕਿਹੜੇ ਜਿਹੜੇ ਤੁਸੀਂ ਪੋਲੀਟੀਸ਼ੀਅਨ ਦੇ ਕੋਲ ਗਏ ਹੋ ਇਸ ਮਾਮਲੇ ਨੂੰ ਲੈ ਕੇ, ਤੇ ਕੀ ਤੁਹਾਡੇ ਨਾਲ ਜਿਹੜੀ ਹੈਗੀ ਗੱਲਬਾਤ ਹੋਈ ਆ? ਜੀ, ਪਹਿਲਾਂ ਤਾਂ ਇੱਦਾਂ ਸੀਗਾ ਜੀ, ਜਦੋਂ ਇਹ ਮੁੰਡਾ ਉੱਥੇ ਜਾ ਕੇ ਫਸਿਆ ਆ, 18 ਕੁ ਸਾਲ ਦੀ ਉਮਰ ਸੀ ਜਦੋਂ ਬਾਹਰ ਚਲ ਗਿਆ ਸੀਗਾ, ਛੋਟੀ ਉਮਰ ਸੀਗੀ, ਅਤੇ ਉਦੋਂ ਤਾਂ ਸਾਨੂੰ ਇਹੀ ਸੀਗਾ ਵੀ ਚਲੋ ਬਾਹਰ ਕਮਾਈ ਵਾਸਤੇ ਗਿਆ। ਪਰ ਜਦੋਂ ਇਹ ਬਾਹਰ ਫਸ ਜਾਂਦਾ ਬਸ ਅਸੀਂ ਇਹਨਾਂ ਨੇ ਸਾਨੂੰ 1-2 ਵਾਰੀ ਗੱਲ ਕੀਤੀ, ਸਾਨੂੰ ਇਹ ਲੱਗਦਾ ਸੀਗਾ ਹੋ ਸਕਦਾ ਬਾਹਰ ਗਿਆ ਵਾ ਕੁਛ ਇਹਨੇ ਕੋਈ ਗਲਤ ਕਰ ਦਿੱਤਾ ਹੋਵੇ, ਵੀ ਜਿਹਦਾ ਕਰਕੇ ਇਹਨੂੰ ਸਾਨੂੰ ਪਤਾ ਲੱਗਾ ਕਿ ਥੋੜ੍ਹੇ 3-4 ਸਾਲਾਂ ਬਾਅਦ ਵੀ 11 ਸਾਲ ਦੀ ਸਜ਼ਾ ਹੋਈ ਆ। 11 ਸਾਲ ਤੱਕ ਅਸੀਂ ਇਹਨਾਂ ਨੂੰ ਪੁੱਛਿਆ ਨਹੀਂ, ਕਿਉਂਕਿ ਸਾਨੂੰ ਲੱਗਦਾ ਸੀ ਕੁਛ ਨਾ ਕੁਛ ਇਹਨਾਂ ਨੇ ਹੋ ਸਕਦਾ ਮੁੰਡਿਆਂ ਨੇ ਰਲ ਕੇ ਜਾਂ ਕਿੱਦਾਂ ਕੁਛ ਕੀਤਾ ਹੋਏ। ਜਦੋਂ 11 ਸਾਲ ਦੀ ਸਜ਼ਾ ਹੋਈ ਆ, ਸਾਨੂੰ ਇਹ ਲੱਗਾ 11 ਸਾਲ ਪਿੱਛੋਂ ਇਹਨੇ ਘਰੇ ਆ ਜਾਣਾ। 11 ਸਾਲ ਬਾਅਦ ਜਦੋਂ ਘਰੇ ਨਹੀਂ ਆਇਆ ਤੇ ਇਹਨਾਂ ਨੂੰ ਅਸੀਂ ਪੁੱਛਿਆ ਚਾਚਾ ਜੀ ਹੁਣਾਂ ਨੂੰ, ਮੈਂ ਕਿਹਾ ਕੀ ਗੱਲ ਬਲਵਿੰਦਰ ਘਰੇ ਕਿਉਂ ਨਹੀਂ ਆਇਆ? ਕਹਿੰਦਾ ਸਾਨੂੰ ਪਤਾ ਨਹੀਂ ਲੱਗਦਾ ਵੀ ਸਜ਼ਾ ਤਾਂ ਉਹਦੀ ਪੂਰੀ ਹੋ ਗਈ ਆ। ਫਿਰ ਜਿਹੜੇ ਦੁਬਈ ਦੇ ਵਿੱਚ ਵਕੀਲ ਸੀਗੇ ਜਿਹੜੇ ਇਹਨਾਂ ਨੇ ਹਾਇਰ ਕੀਤੇ ਹੋਏ ਸੀਗੇ, ਉਹਨਾਂ ਨਾਲ ਸਾਡੀ ਗੱਲ ਹੋਈ, ਮੈਂ ਆਪ 2-3 ਵਾਰੀ ਗੱਲ ਕੀਤੀ ਉਹਨਾਂ ਨਾਲ, ਪੁੱਛਿਆ ਉਹਨਾਂ ਦੇ ਕੋਲੋਂ ਵੀ ਜਦੋਂ ਇਹਦੀ ਸਜ਼ਾ ਪੂਰੀ ਹੋ ਗਈ ਕਿਉਂ ਨਹੀਂ ਛੱਡਿਆ? ਉਹ ਕਹਿੰਦਾ ਸਜ਼ਾ ਤਾਂ ਪੂਰੀ ਹੋ ਗਈ ਆ, ਪਰ ਇਹਨਾਂ ਨੂੰ ਇੱਕ ਲਾਸਟ ਉਹਨਾਂ ਨੇ ਬਲੱਡ ਮਨੀ ਪਾਤੀ ਆ 95 ਲੱਖ ਰੁਪਈਆ। ਇਹ ਜਿਹੜੀ ਬਲੱਡ ਮਨੀ ਆ ਇਹ ਹੁਣ ਤੁਹਾਨੂੰ ਪੇ ਕਰਨੀ ਪੈਣੀ ਆ। ਅਤੇ ਉਦੋਂ ਪਿੱਛੋਂ ਫਿਰ ਮੈਂ ਇਹਨਾਂ ਨੂੰ ਦੱਸਿਆ, ਮੈਂ ਕਿਹਾ ਬਲੱਡ ਮਨੀ ਕੁਛ ਪਾਈ ਆ ਇੱਦਾਂ ਵੀ ਉਹਨਾਂ ਨੇ ਵੀ 95 ਲੱਖ ਰੁਪਈਆ ਉਹ ਆਪਾਂ ਨੂੰ ਦੇਣਾ ਪੈਣਾ, ਅਤੇ ਫਿਰ ਮੁੰਡਾ ਛੱਡਣਾ। ਉਸ ਤੋਂ ਪਿੱਛੋਂ ਫਿਰ ਅਸੀਂ 4-5 ਮਹੀਨੇ ਕੇਅਰ ਨਹੀਂ ਕੀਤੀ, ਜਦ ਕਿ 11 ਸਾਲਾਂ ਦੇ ਵਿੱਚ ਇਹਨਾਂ ਦੀ 4 ਕਿੱਲੇ ਜ਼ਮੀਨ ਜਿਹੜੀ ਸੀਗੀ ਸਾਡੇ ਲਾਗੇ ਉੱਥੇ ਮੰਡ ਦੇ ਵਿੱਚ ਹੈਗੀ ਆ ਪਿੰਡ ਦਾਨੇਵਾਲ ਦੇ ਵਿੱਚ, ਉਹ ਸਾਰੀ ਜ਼ਮੀਨ ਵਿਕ ਚੁੱਕੀ ਸੀ। ਜਿਹੜੇ ਜ਼ਮੀਨ ਵੇਚ ਕੇ ਇਹਨਾਂ ਨੇ ਵਕੀਲਾਂ ਨੂੰ ਪੈਸੇ ਦਿੱਤੇ ਜਾਂ ਜਿਹੜੇ ਇਹਨਾਂ ਦਾ ਖਰਚਾ ਇੱਥੋਂ ਹੋ ਗਿਆ। ਅਤੇ ਉਸ ਤੋਂ ਬਾਅਦ ਪਿੱਛੋਂ ਫਿਰ ਅਸੀਂ ਵੀ ਚਲੋ ਪਿੰਡ ਦੇ ਸੀਗੇ, ਅਸੀਂ ਕਿ ਪਤਾ ਕਰਦੇ ਹਾਂ ਵੀ ਇੱਦਾਂ ਕਿਉਂ ਹੋਇਆ। ਅਤੇ ਜਦੋਂ ਵਕੀਲਾਂ ਨਾਲ ਲਾਸਟ ਗੱਲ ਕੀਤੀ, ਵਕੀਲਾਂ ਨੇ ਕਿਹਾ ਕਿ ਬਲੱਡ ਮਨੀ ਤੁਹਾਨੂੰ ਦੇਣੀ ਹੀ ਪੈਣੀ ਹੈ, ਬਲੱਡ ਮਨੀ ਦੇਵੋਗੇ ਅਤੇ ਮੁੰਡਾ ਫਿਰ ਇਹ ਬਾਹਰ ਆਊਗਾ। ਉਸ ਤੋਂ ਪਿੱਛੋਂ ਫਿਰ ਅਸੀਂ ਆਪਣੀ ਅਪਰੋਚ ਸ਼ੁਰੂ ਕੀਤੀ। ਮੈਂ ਇਹਨਾਂ ਨੂੰ 2 ਵਾਰੀ ਨਾਲ ਲੈ ਕੇ ਗਿਆ ਵਾਂ। ਅਸੀਂ ਸੁਸ਼ਮਾ ਸਵਰਾਜ ਜੀ ਆਪਣੇ ਸੀਗੇ ਵਿਦੇਸ਼ ਮੰਤਰੀ ਸੀਗੇ, ਉਹਨਾਂ ਨੂੰ ਮਿਲੇ ਜਾ ਕੇ। ਫਿਰ ਹਰਸਿਮਰਤ ਕੌਰ ਬਾਦਲ ਜੀ ਵੀ, ਉਹਨਾਂ ਨੂੰ ਵੀ ਮਿਲੇ ਜਾ ਕੇ। ਚਿੱਠੀਆਂ ਲਿਖ ਉਹਨਾਂ ਨੇ ਜਿੱਦਾਂ ਸਾਨੂੰ ਕਿਹਾ ਵੀ ਕਿ ਜੋ ਕੁਝ ਹੋਇਆ ਬਸ ਉੱਦਾਂ ਲਿਖ ਦਿਓ, ਅਸੀਂ ਲਿਖ ਕੇ ਦਿੱਤਾ। ਪਰ ਉਹਨਾਂ ਨੂੰ ਜਦੋਂ 6-7 ਮਹੀਨੇ ਲਗਾਤਾਰ ਗੇੜੇ ਮਾਰਦੇ ਰਹੇ, ਮੈਂ ਇਕੱਲਾ ਵੀ ਆਪ ਵੀ 2
3 ਵਾਰੀ ਨਾਲ ਮੇਰੇ ਇਹ ਗਏ ਆ। ਤੇ ਉਸ ਤੋਂ ਬਾਅਦ ਮੇਰਾ ਆਪਣਾ ਕੋਈ ਪਰਸਨਲੀ ਕੰਮ ਸੀਗਾ ਦਿੱਲੀ, ਮੈਂ ਜਾਂਦਾ ਰਿਹਾ ਉੱਥੇ ਦਿੱਲੀ, ਤੇ ਉਹਨਾਂ ਨੂੰ ਮਿਲਦਾ ਵੀ ਰਿਹਾ ਜਾ ਕੇ। ਉਹਨਾਂ ਨੇ ਲਾਸਟ ਮੂਮੈਂਟ ਸਾਨੂੰ ਇਹੀ ਜਵਾਬ ਦਿੱਤਾ ਕਿ ਤੁਹਾਨੂੰ ਜਿਹੜੀ ਆ ਬਲੱਡ ਮਨੀ ਦੇਣੀ ਹੀ ਪੈਣੀ ਆ, ਬਲੱਡ ਮਨੀ ਦਿੰਦੇ ਆ ਤੇ ਮੁੰਡਾ ਤੁਹਾਡਾ ਬਾਹਰ ਆ ਜਾਊਗਾ, ਵੀ ਅਸੀਂ ਇਹਦੇ ਵਿੱਚ ਤੁਹਾਡੀ ਮਦਦ ਨਹੀਂ ਕਰ ਸਕਦੇ। ਤੁਸੀਂ ਹਰਸਿਮਰਤ ਕੌਰ ਬਾਦਲ ਕੋਲ ਗਏ ਸੀਗੇ ਤਾਂ ਉਹਨਾਂ ਨੇ ਕੀ ਜਵਾਬ ਦਿੱਤਾ ਸੀਗਾ ਤੁਹਾਨੂੰ? ਉਹਨੂੰ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਜੋ ਵਿਦੇਸ਼ ਮੰਤਰੀ ਜਿੱਦਾਂ ਕਹਿਣਗੇ ਵੀ ਜੇ ਤੇ ਉਹ ਮੰਗਵਾ ਸਕਦੇ ਹੋਏ ਮੰਗਵਾ ਦੇਣਗੇ। ਚਲੋ ਸਾਨੂੰ ਆਸ ਸੀਗੀ, ਅਸੀਂ 1 ਸਾਲ ਵੇਟ ਵੀ ਕੀਤੀ, ਪਰ ਲਾਸਟ ਸਾਲ ਦੇ ਵਿੱਚ ਉਹਨਾਂ ਨੇ ਸਾਨੂੰ ਜਵਾਬ ਦੇ ਦਿੱਤਾ ਜੀ ਅਸੀਂ ਮੰਗਾ ਨਹੀਂ ਸਕਦੇ, ਵੀ ਤੁਸੀਂ ਆਪਣੇ ਬਿਹਾਫ 'ਤੇ ਜੋ ਕਰਨਾ ਵਾ ਉਹ ਕਰ ਸਕਦੇ ਆ, ਪੈਸੇ ਇਕੱਠੇ ਕਰੋ, ਬਲੱਡ ਮਨੀ ਪਈ ਆ, ਵੀ ਤੁਸੀਂ ਮੁੰਡਾ ਆਪ ਬਲੱਡ ਮਨੀ ਭਰ ਕੇ ਤੇ ਮੁੰਡਾ ਲਿਓ ਉੱਥੋਂ ਆਪਣਾ। ਹਾਂਜੀ ਤੁਸੀਂ ਪੈਸੇ ਇਕੱਠੇ ਕੀਤੇ? ਜੀ ਮੈਂ ਜਦੋਂ ਸਾਨੂੰ ਪਤਾ ਲੱਗਾ ਫਿਰ ਇਹ ਮੇਰੇ ਵਾਸਤੇ ਇਹ ਬਹੁਤ ਵੱਡੀ ਗੱਲ ਸੀ ਕਿ ਮੈਂ ਇਹ ਸ਼ੋਰ ਕਰਾਂ ਵੀ ਮੇਰੇ ਪੈਸੇ ਜਿਹੜੇ ਆ ਸਾਡੇ ਇਕੱਠੇ ਕਰਕੇ ਦੇਣੇ ਕਿਤੇ ਗਲਤ ਪਾਸੇ ਨਾ ਚੱਲ ਜਾਣ। ਜਦੋਂ ਅਸੀਂ ਇਹਨਾਂ ਦੇ ਨਾਲ ਜਿਹੜੇ ਮੁੰਡੇ ਵਾਪਸ ਆਏ ਸੀਗੇ ਉਹਨਾਂ ਨਾਲ ਮੈਂ ਆਪ ਕੰਟੈਕਟ ਕੀਤਾ ਜੀ, ਉਹਨਾਂ ਮੁੰਡਿਆਂ ਦੇ ਨਾਲ। ਉਹਨਾਂ ਨੇ ਫਿਰ ਸਾਨੂੰ ਬਾਈ ਕਾਲ ਫੋਨ ਦੱਸਿਆ ਵੀ ਅਸੀਂ ਟੋਟਲ 17 ਜਾਣੇ ਸੀਗੇ। ਇਹਨੂੰ ਪਲਵਿੰਦਰ ਸਿੰਘ ਨੂੰ ਅਸੀਂ ਕੋਲ ਬੁਲਾਇਆ ਮਿਲਣ ਵਾਸਤੇ। ਉਦੋਂ 1-2 ਦਿਨ ਪਹਿਲਾਂ ਉੱਥੇ ਕੋਈ ਹੋ ਗਿਆ ਇੱਦਾਂ ਮਰਡਰ ਹੋਇਆ ਸੀਗਾ, ਕਤਲ ਹੋਇਆ ਸੀਗਾ। ਜਿਹੜਾ ਕਤਲ ਹੋਇਆ ਕੋਈ ਪਾਕਿਸਤਾਨ ਦਾ ਮੁੰਡਾ ਸੀਗਾ ਜੀ। ਅਤੇ ਇਹ 17 ਦੇ 17 ਹੀ ਮੁੰਡੇ ਫੜੇ ਜਾਂਦੇ ਆ ਜੀ। 17 ਜਦੋਂ ਫੜੇ ਜਾਂਦੇ ਆ ਇਹਨਾਂ ਕੋਈ ਇੰਨੀ ਹਿੰਮਤ ਨਹੀਂ ਸੀ ਕਿ ਪਿੱਛੇ ਚੱਲ ਜਾਂਦੇ। ਅਨਪੜ੍ਹ ਸੀ ਦੋਨੇ ਜਾਣੇ ਵੀ, ਜਾਂ ਇਹਨਾਂ ਨੂੰ ਕਿਤੇ ਪਤਾ ਹੀ ਬਹੁਤ ਲੇਟ ਲੱਗਾ, 3-4 ਮਹੀਨੇ ਬਾਅਦ 'ਚ ਪਤਾ ਲੱਗਦਾ ਕਿ ਸਾਡਾ ਮੁੰਡਾ ਉੱਥੇ ਫਸ ਗਿਆ। ਜਦ ਤਾਂ ਇਹਨਾਂ ਨੇ ਉੱਥੇ ਉਜਰ ਕੀਤਾ ਵਾ, ਕੋਈ ਪਹੁੰਚ ਕੀਤੀ ਆ, ਉਦੋਂ ਤੱਕ ਜੱਜ ਨੇ ਜਿਹੜੀ ਆ ਇਹਨਾਂ ਨੂੰ ਉਹ ਸਜ਼ਾ ਜਿਹੜੀ ਆ ਉਹ ਕਰਤਾ ਸੀਗਾ ਕਿ ਇਹਨਾਂ ਦੇ ਕੋਲੋਂ ਕਤਲ ਹੋਇਆ ਆ। ਉਹ ਜਿਹੜੇ 16 ਮੁੰਡੇ ਸੀਗੇ ਉਹਨਾਂ ਨੇ ਸਲਾਹ ਕਰਕੇ ਮੁੰਡੇ ਦਾ ਨਾਂ ਲੈ ਦਿੱਤਾ ਜੀ। ਉਮਰ ਦੇ ਵਿੱਚ ਘੱਟ ਸੀਗਾ ਇਹਦਾ ਨਾਂ ਲੈ ਦਿੱਤਾ। ਜਦੋਂ ਅਸੀਂ ਮੁੰਡਿਆਂ ਨੇ ਮੈਨੂੰ ਕਾਲ 'ਤੇ ਦੱਸਿਆ, ਉਹਨਾਂ ਨੇ ਇਹ ਦੱਸਿਆ ਕਿ ਅਸੀਂ ਫਿਰ ਸਾਡੇ ਜਿਹੜੇ ਘਰ ਦੇ ਮਗਰ ਚੱਲ ਗਏ ਸੀਗੇ, ਸਾਡੇ ਵਕੀਲ ਸੀਗੇ, ਉਹਨਾਂ ਨੇ ਇੱਕ ਗੱਲ ਸਾਨੂੰ ਕਹੀ ਕਿ ਜੇਕਰ ਤੁਸੀਂ ਸਾਰੇ ਜਾਣੇ ਰਲ ਕੇ ਕਿਸੇ ਇੱਕ ਦਾ ਨਾਂ ਲੈ ਦਿੰਦੇ ਆ, ਤੁਸੀਂ ਸਾਰੇ ਜਾਣੇ ਬਰੀ ਹੋ ਜਾਓਗੇ, ਜਿਹੜਾ ਇੱਕ 'ਤੇ ਕੇਸ ਪੈ ਜਾਊਗਾ, ਇੱਕ ਅੰਦਰੇ ਰਹੂਗਾ, ਉਹਨੂੰ ਬਾਅਦ 'ਚ ਤੁਸੀਂ ਪੈਸੇ ਦੇ ਕੇ ਛਡਾ ਲਿਓ। ਹਾਂਜੀ, ਉਹਨਾਂ ਨੇ ਕਹਿ ਲਓ ਕਿ ਬਾਏ ਇੱਕ ਗਰਾਊਂਡ ਤਿਆਰ ਕੀਤੀ, ਪੂਰੀ ਗਰਾਊਂਡ ਤਿਆਰ ਕਰਕੇ ਜਿੱਦਾਂ ਉਹ ਆਪਣੇ ਬਚਾਅ ਵਾਸਤੇ ਉਹਨਾਂ ਨੇ ਇਸ ਮੁੰਡੇ ਨੂੰ ਫਸਾਤਾ ਜੀ ਉੱਥੇ ਕੇਸ ਦੇ ਵਿੱਚ। ਅਤੇ ਜਿਹੜੀ ਅੱਜ ਤੱਕ ਸਜ਼ਾ ਜੀ ਇਹ ਝੂਠੇ ਕੇਸ ਦੀ ਜਿਹੜੀ ਆ ਸਜ਼ਾ ਇਹ ਮੁੰਡਾ ਭੁਗਤ ਰਿਹਾ ਵਾ ਉੱਥੇ। ਅਤੇ ਜਦੋਂ ਸਾਨੂੰ ਪਤਾ ਲੱਗਾ ਜੀ ਇਹ ਬਿਲਕੁਲ ਇਹ 'ਤੇ ਨਜਾਇਜ਼ ਜਿਹੜਾ ਝੂਠਾ ਕੇਸ ਪਿਆ ਆ, ਉਸ ਤੋਂ ਪਿੱਛੋਂ ਫਿਰ ਅਸੀਂ ਪੈਸੇ ਇਕੱਠੇ ਸ਼ੁਰੂ ਕੀਤੇ। ਸ਼ੁਰੂਆਤ ਮੈਂ ਆਪਣੇ ਤੋਂ ਕੀਤੀ। ਮੈਂ ਆਪਣੇ ਕੋਲੋਂ 15 ਲੱਖ ਰੁਪਈਆ ਜਿਹੜਾ ਸੀਗਾ ਵੀ ਇਹਨਾਂ ਨੂੰ ਦਿੱਤਾ ਹੈ, ਅਤੇ ਬਾਕੀ ਕੁਝ 2 ਲੱਖ ਰੁਪਈਆ ਇਹਨਾਂ ਦੇ ਕੋਈ ਜਿਹੜੇ ਨੇੜਲੇ ਕੋਈ ਦੂਰੋਂ ਨੇੜਿਓਂ ਜਾਣਦੇ ਸੀ ਉਹਨਾਂ ਨੇ ਦਿੱਤਾ। ਅਤੇ ਤਕਰੀਬਨ ਹੁਣ ਤੱਕ ਸਾਡੇ ਕੋਲ 23 ਲੱਖ ਰੁਪਈਆ ਇਕੱਠਾ ਹੋ ਗਿਆ। ਹੁਣ ਸਾਡੇ ਜਿਹੜੇ ਕਬੱਡੀ ਵਾਲੇ ਮੁੰਡੇ ਆ, ਇੱਕ ਦਿਨ ਉਹ ਵੀ ਇੱਥੇ ਆਏ ਸੀ, ਭਾਜੀ ਇੰਦਰਪਾਲ ਹੁਣੀ, ਅਤੇ ਇੱਕ ਸੰਦੀਪ ਜਿਹੜਾ ਨੰਗਲ ਲੰਬੀਆਂ ਤੋਂ ਕਬੱਡੀ ਖੇਡਦੇ ਆ, ਉਹਨਾਂ ਦੇ ਭਰਾ ਸੀ ਨਾਲ ਅੰਗਰੇਜ਼ ਸਿੰਘ। ਅਤੇ ਜਿਹੜੇ ਆਰਮੀ ਵਿੱਚ ਨੇ ਉਹਨਾਂ ਦੇ ਫੁੱਫੜ ਜੀ ਅਤੇ ਇੱਕ ਚਾਚਾ ਜੀ ਅਮਰੀਕਾ ਦੇ ਵਿੱਚ ਆ। ਲੱਖ ਰੁਪਈਆ ਇੱਕ ਦਿਨ ਸਾਨੂੰ ਉਹ ਦੇ ਕੇ ਗਏ, ਅਤੇ ਲੱਖ ਰੁਪਈਆ ਸਾਨੂੰ ਆਸਟ੍ਰੇਲੀਆ ਤੋਂ ਕਿਸੇ ਨੇ ਭੇਜਿਆ ਸੀਗਾ। ਇੱਦਾਂ ਜਿਹੜੇ ਬਾਹਰ ਸਾਡੇ ਭਰਾ ਭੈਣ ਗਏ ਹੋਏ ਆ, NRI ਵੀਰ ਹੈਗੇ ਆ, ਉਹ ਸਾਡੀ ਮਦਦ ਕਰ ਰਹੇ ਆ। ਸਾਨੂੰ ਆਸ ਆ ਕਿ ਅਸੀਂ 1.5 ਸਾਲ ਦੇ ਵਿੱਚ ਹੌਲੀ ਹੌਲੀ ਵੀ ਇਹ ਸਾਨੂੰ ਲੋਕ ਆਸਰਾ ਕਰਨ ਤਾਂ ਅਸੀਂ ਇਹ ਪੈਸੇ ਇਕੱਠੇ ਕਰਕੇ ਅਤੇ ਮੁੰਡਾ ਉੱਥੋਂ ਛੁਡਾ ਕੇ ਲਿਆਵਾਂਗੇ। ਜਿਵੇਂ ਕਿ ਤੁਸੀਂ ਦੱਸਿਆ ਕਿ 17 ਜਾਣਿਆਂ ਨੂੰ ਜਿਹੜਾ ਹੈਗਾ ਸਜ਼ਾ ਹੋਈ ਸੀਗੀ, ਅਤੇ ਉਹਨਾਂ ਦੇ ਬਾਅਦ ਵਿੱਚ ਸੀਗਾ ਕਿ ਇੱਕ ਤੇ ਤੁਸੀਂ ਸਾਰੀ ਗੱਲ ਪਾ ਦਿਓ ਅਤੇ ਬਾਅਦ 'ਚੋਂ ਬਰੀ ਹੋ ਜਾਓ, ਅਤੇ ਬਾਅਦ 'ਚ ਪੈਸੇ ਜਿਹੜੇ ਤੁਸੀਂ ਇਕੱਠੇ ਕਰਕੇ ਉਹਨੂੰ ਛੁਡਾ ਲਿਓ। ਅਤੇ ਕਿਸੇ ਨੇ ਕੀਤੀ ਨਹੀਂ ਕੋਸ਼ਿਸ਼, ਕਿਸੇ ਨੇ ਆਪਣੇ ਵੱਲੋਂ ਪਹਿਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ 17 ਮੁੰਡਿਆਂ 'ਚੋਂ ਵੀ ਤਾਂ ਪੈਸੇ ਦੇਣ ਥੋੜ੍ਹੇ ਬਹੁਤੇ, ਤਾਂ ਜੋ ਬਲੱਡ ਮਨੀ ਦੇ ਕੇ ਉਹਨੂੰ ਛੁਡਵਾਇਆ ਜਾ ਸਕੇ? ਜੀ ਪਹਿਲਾਂ ਤਾਂ ਉਹਨਾਂ 17 ਨੂੰ ਇਹ ਵੀ ਨਹੀਂ, 16 ਨੂੰ ਇਹ ਵੀ ਨਹੀਂ ਸੀ ਪਤਾ ਕਿ ਇਹਨੂੰ ਬਲੱਡ ਮਨੀ ਪੈ ਜਾਣੀ। ਉਹਨਾਂ ਨੂੰ ਇਹ ਸੀਗੀ ਇਹਨੂੰ ਸਜ਼ਾ ਹੋਊਗੀ, ਸਜ਼ਾ ਕੱਟ ਕੇ ਘਰੇ ਆ ਜਾਊਗਾ। ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਇੰਨੇ ਪੈਸੇ ਪੈ ਗਏ ਇਹਨੂੰ, ਅਤੇ ਉਦੋਂ ਪਿੱਛੋਂ ਮੈਂ ਕੰਟੈਕਟ ਵੀ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਅਤੇ ਉਹ ਸਿਰਫ ਉਹਨਾਂ ਨੇ ਆਪਣੇ ਬਚਾਅ ਵਾਸਤੇ ਜਿਹੜਾ ਇਹਦਾ ਝੂਠਾ ਨਾਂ ਲੈ ਦਿੱਤਾ। ਮੁੰਡਾ ਉਮਰ ਦੇ ਵਿੱਚ ਘੱਟ ਹੋਣ ਕਰਕੇ ਇੰਨਾ ਪਤਾ ਵੀ ਨਹੀਂ ਸੀ, ਸਿਆਣਾ ਵੀ ਨਹੀਂ ਸੀ ਉਹਨਾਂ, ਜਿੱਦਾਂ ਕੋਈ ਤਜਰਬਾ ਹੈ ਨਹੀਂ ਸੀਗਾ, ਅਤੇ ਇਹੀ ਫਸ ਗਿਆ ਉੱਥੇ ਇਕੱਲਾ। ਬਾਕੀ 16 ਦੇ 16 ਜਿਹੜੇ ਆ ਗਏ, ਕਿਸੇ ਨੇ ਕੋਈ ਪੈਸੇ ਦੀ ਹੈਲਪ ਨਹੀਂ ਕੀਤੀ। ਅਤੇ ਬਾਪੂ ਜੀ ਜਿਹੜਾ ਜਦੋਂ ਸਜ਼ਾ ਜਿਹੜੀ ਪੂਰੀ ਹੋ ਗਈ ਉਹਦੇ ਉੱਤੋਂ ਹੈ ਨਾ 3 ਸਾਲ ਵੀ ਹੋ ਗਏ, ਤੁਸੀਂ ਮੀਡੀਆ ਤੱਕ ਪਹੁੰਚ ਨਹੀਂ ਕੀਤੀ, ਆਪਣੀ ਗੱਲ ਨੂੰ ਮੀਡੀਆ ਦੇ ਪੱਖ ਰਾਹੀਂ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ? ਉਹ ਤਾਂ ਇਹ ਸਰਪੰਚ ਹੀ ਸਾਡੇ ਨਾਲ ਜਾਂਦੇ ਹੁੰਦੇ, ਇਹੋ ਹੀ ਕਰਾਉਂਦਾ ਜੋ ਕਰਾਉਂਦਾ। ਸਾਕੂ ਅਨਪੜ੍ਹ ਬੰਦੇ, ਸਾਨੂੰ ਤਾਂ ਪਤਾ ਹੀ ਨਹੀਂ ਪੁੱਤ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਤੁਸੀਂ ਕੀਤੀ ਸੀਗੀ ਮੀਡੀਆ ਤੱਕ? ਮੀਡੀਆ ਨਾਲ ਕੀਤੀ ਸੀ, ਡੇਲੀ ਪੋਸਟ ਵਾਲੇ ਵੀ ਸਾਡੇ ਕੋਲ ਆਏ ਨੇ ਇੱਕ ਦਿਨ ਇੱਥੇ, ਉਹ ਵੀ ਇੱਦਾਂ ਹੀ ਸਾਡੇ ਪੂਰਾ ਪ੍ਰੋਪਰ ਚੈਨਲ ਇਹਨਾਂ ਦਾ ਸਾਰਾ ਪਤਾ ਕਰਕੇ ਗਏ। ਹੋਰ ਵੀ ਚੈਨਲ ਵਾਲੇ ਆਉਂਦੇ ਆ, ਅਖਬਾਰਾਂ ਦੇ ਵਿੱਚ ਵੀ ਕਈ ਵਾਰੀ ਆ ਚੁੱਕਿਆ ਆ। ਅਤੇ ਸਾਡੇ ਤਾਂ ਸਾਰੇ ਇਲਾਕੇ ਨੂੰ ਪਤਾ ਸਾਡਾ ਜਿਹੜਾ ਮੁੰਡਾ ਬਾਹਰ ਫਸਿਆ ਹੋਇਆ ਇੰਨੇ ਚਿਰ ਤੋਂ। ਪਰ ਜਦੋਂ ਗੱਲ ਮੀਡੀਆ ਦੇ ਵਿੱਚ ਆਈ ਉਸ ਤੋਂ ਬਾਅਦ ਨਹੀਂ ਕਿਸੇ ਨੇ ਪਹੁੰਚ ਕੀਤੀ ਤੁਹਾਡੇ ਤੱਕ? ਲੋਕ ਜਿਹੜੇ ਲੋਕਲ ਪਬਲਿਕ ਉਹ ਕਰਦੀ ਆ ਜੀ, ਗੌਰਮੈਂਟ ਵੱਲੋਂ ਕੋਈ ਨਹੀਂ ਸਾਨੂੰ ਆਸ ਹੈਗੀ। ਗੌਰਮੈਂਟ ਕੋਈ ਵੀ ਸਾਡੇ ਜਿੰਨੀਆਂ ਵੀ ਸਰਕਾਰਾਂ ਆਉਂਦੀਆਂ ਚੱਲ ਜਾਂਦੀਆਂ, ਉਹਨਾਂ ਨੂੰ ਪਹਿਲਾਂ ਕਹਿ ਦਿੰਦੇ ਜੀ ਕਰਾ ਦਾਂਗੇ, ਅਸੀਂ ਆਪਣੇ ਕੋਲੋਂ ਹੈਲਪ ਕਰ ਦਾਂਗੇ, ਜਾਂ ਸਾਡੀ ਸਰਕਾਰ ਆ ਗਈ ਅਤੇ ਅਸੀਂ ਵਿਦੇਸ਼ ਮੰਤਰੀ ਨੂੰ ਕਹਿ ਕੇ ਕਰਾ ਦਾਂਗੇ। ਜਦੋਂ ਬਣ ਜਾਂਦੇ ਆ ਉਦੋਂ ਬਾਅਦ ਸਾਰਾ ਕੁਝ ਠੱਪ ਹੋ ਜਾਂਦਾ ਜੀ, ਫਿਰ ਕੋਈ ਨਹੀਂ ਕਰਦਾ। 14 ਸਾਲ ਹੋ ਗਏ ਜੀ ਇਹਨਾਂ ਨੂੰ ਘੁੰਮਦਿਆਂ, 3 ਸਾਲ ਤਾਂ ਮੈਨੂੰ ਵੀ ਹੋ ਗਏ ਜੀ ਹੁਣ। ਅਤੇ
ਤੁਸੀਂ ਕੋਈ ਅਪੀਲ ਜਾਂ ਕੋਈ ਗੁਹਾਰ ਲਗਾਉਣਾ ਚਾਹੁੰਦੇ ਹੋ? ਜੀ ਬਿਲਕੁਲ ਜੀ, ਅਸੀਂ ਤੇ ਸਰਕਾਰ ਅੱਗੇ ਇਹ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ। ਗਰੀਬ ਪਰਿਵਾਰ ਆ, ਗੋਡਿਆਂ ਤੋਂ ਇਹ ਵੀ ਰਿਹਾ ਹੋਇਆ। ਚਾਚੀ ਨੂੰ 2 ਵਾਰੀ ਅਟੈਕ ਹੋ ਚੁੱਕਾ ਜੀ। ਘਰ ਦੇ ਹਾਲਾਤ ਤੁਸੀਂ ਵੀ ਦੇਖ ਹੀ ਲਏ ਜੀ ਇੱਥੇ। ਅਸੀਂ ਤਾਂ ਇਹ ਚਾਹੁੰਦੇ ਹਾਂ, ਸਰਕਾਰ ਅੱਗੇ ਬੇਨਤੀ ਕਰਦੇ ਹਾਂ ਜੀ, ਸਿਰਫ ਇੱਕ ਮਾਂ ਪਿਓ ਨੂੰ ਉਹਨਾਂ ਦਾ ਪੁੱਤਰ ਵਾਪਸ ਚਾਹੀਦਾ। ਹਾਂਜੀ, ਤੇ ਵੀ ਇਹਨਾਂ ਦੀ ਝੋਲੀ ਪਾ ਦਿੱਤਾ ਜਾਵੇ। ਬੇਕਸੂਰ ਆ ਜੀ ਉਹ। ਜੇ ਕਸੂਰ ਹੁੰਦਾ ਤਾਂ ਮੈਂ ਕਦੀ ਵੀ ਆਪਣੇ ਕੋਲੋਂ, ਮੇਰੇ ਮਿਹਨਤ ਦੇ ਪੈਸੇ ਆ, ਮੈਂ 15 ਲੱਖ ਰੁਪਈਆ ਕਦੀ ਨਹੀਂ ਸੀ ਦੇਣਾ। ਬੇਕਸੂਰ ਆ, ਜਿਹਦੇ ਕਰਕੇ ਅਸੀਂ ਚਲੋ ਗੌਰਮੈਂਟ ਨੂੰ ਅੱਗੇ ਵੀ ਕਈ ਵਾਰੀ ਬੇਨਤੀਆਂ ਕੀਤੀਆਂ, ਦੁਬਾਰਾ ਫੇਰ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਜਿੱਦਾਂ ਵੀ ਹੁੰਦਾ ਆ, ਉੱਧਰਲੀ ਗੌਰਮੈਂਟ ਨਾਲ ਗੱਲ ਕਰਕੇ, ਦੁਬਈ ਦੀ ਗੌਰਮੈਂਟ ਨਾਲ ਗੱਲ ਕਰਕੇ ਵੀ ਘੱਟੋ ਘੱਟ ਇੰਡੀਆ ਦੀ ਗੌਰਮੈਂਟ ਆ, ਕਰ ਸਕਦੀ ਹੈ ਚਾਹਵੇ ਤੇ ਕਰਨਾ ਚਾਹੀਦਾ ਉਹਨਾਂ ਨੂੰ। ਜੇ ਇਹਨਾਂ ਦੇ ਬੇਨਤੀ ਮੰਨ ਲੈਣ ਤਾਂ ਜੀ ਜ਼ਰੂਰੀ ਆਈ ਹੈ। ਅੱਜ ਤੇ ਇਹੋ ਹੀ ਬੇਨਤੀ ਹੈ ਉਹਨਾਂ ਮੋਰੇ ਜੀ, ਸਰਕਾਰ ਮੋਰੇ, ਸਾਡਾ ਬੱਚਾ ਸਾਡਾ ਛੇਤੀ ਕਢਾ ਕੇ ਸਾਡੇ ਝੋਲੀ 'ਚ ਪਾ ਦੇਣਾ। ਸਾਨੂੰ ਹੋਰ ਕੋਈ ਨਹੀਂ, ਇਹੋ ਹੀ ਆ ਬਸ। ਬਸ ਪਤੇ ਹੋਈ ਆ, ਹੱਥ ਬਸ ਬੰਨ੍ਹ ਲਿਆਂਦਾ ਬੇਨਤੀ ਜਾਵੇ ਘਰ। ਸਾਰੀਆਂ ਸਰਕਾਰਾਂ ਮੂਹਰੇ ਇਹੋ ਹੀ ਹੱਥ ਬੰਨ੍ਹ ਕੇ ਬੇਨਤੀ ਆ, ਮਿਹਨਤ ਤਾਲਾ ਹੀ ਆ ਸਾਡਾ। ਸਾਡੇ ਕਰੀ ਲਿਆ ਕੇ ਢਿੱਡ ਨਾ ਲਾ ਦੇਣ, ਝੋਲੀ ਸਾਡੀ ਭਰ ਜਵੇ ਉਹਦੇ ਨਾਲ, ਸਾਰੇ ਦੁੱਖ ਹਟ ਜਾਣ ਸਾਡੇ। ਹਜੇ ਤਾਂ ਇਸ ਵੇਲੇ ਪੁੱਤ ਬਹੁਤ ਮੰਦਾ ਹਾਲ ਆ ਸਾਡਾ। ਹਜੇ ਤਾਂ ਮਰਿਆਂ ਬਰਾਬਰ ਆ ਅਸੀਂ, ਤਾਂ ਕੋਈ ਜ਼ਿੰਦਗੀ ਥੋੜੋ ਵਾ ਸਾਡੀ। ਇਹ ਵੀ ਸਰਪੰਚ ਸਾਹਿਬ ਸਾਨੂੰ ਆਹ ਖਰਚਾ ਫੁਰਚਾ ਇਹੋ ਹੀ ਦਿੰਦਾ ਲਿਆ ਕੇ ਵਿਚਾਰਾ। ਇਹੋ ਹੀ 4-5 ਦਿਨ ਗੇੜਾ ਮਾਰਦਾ ਰਹਿੰਦਾ, ਆਣ ਕੇ ਪਤਾ ਪੁੱਛ ਲੈਂਦਾ ਕੋਈ ਚੀਜ਼ ਦੀ ਲੋੜ ਹੈ, ਤੇ ਇਹੋ ਹੀ ਵਿਚਾਰਾ ਲਿਆ ਕੇ ਦਿੰਦਾ ਸਾਨੂੰ। ਸੋ ਜੀ, ਪਰਿਵਾਰ ਦਾ ਦੁੱਖ ਜਿਹੜਾ ਆ ਉਹ ਬਹੁਤ ਵੱਡਾ ਹੈ। ਇਹਨਾਂ ਦਾ ਪੁੱਤਰ ਪਰਵਿੰਦਰ ਸਿੰਘ ਜਿਹੜਾ ਦੁਬਈ ਦੇ ਵਿੱਚ ਜੇਲ੍ਹ ਦੇ ਵਿੱਚ ਫਸਿਆ ਹੋਇਆ ਹੈ, ਜਿਹਨੂੰ ਛੱਡਣ ਦੀ ਉੱਧਰਲੀ ਸਰਕਾਰ ਜਿਹੜੀ ਆ ਉਹ 95 ਲੱਖ ਬਲੱਡ ਮਨੀ ਮੰਗ ਰਹੀ ਆ। ਸੋ ਇੱਧਰਲੀ ਸਰਕਾਰਾਂ ਦੇ ਕੋਲ ਇਹਨਾਂ ਨੇ ਗੁਹਾਰ ਲਗਾਈ, ਪਰ ਕਿਸੇ ਨੇ ਕੋਈ ਗੱਲਬਾਤ ਇਹਨਾਂ ਦੀ ਨਾ ਸੁਣੀ, ਨਾ ਕੋਈ ਕਾਰਵਾਈ ਕੀਤੀ ਹੈ। ਸੋ ਸਾਡੀ ਇਹੀ ਬੇਨਤੀ ਹੈ ਕਿ ਸਰਕਾਰ, ਜਿਹੜੀ ਸਾਡੀ ਸਰਕਾਰ ਆ, ਉਹ ਇਹਨਾਂ ਦੀ ਬਾਂਹ ਫੜੇ ਤੇ ਉਹਨਾਂ ਦੇ ਪੁੱਤ ਨੂੰ ਛਡਵਾ ਕੇ ਇੱਧਰ ਲਿਆਏ। ਹੋਰ ਸਾਡੇ ਦਾਨੀ ਸੱਜਣਾਂ ਨੂੰ ਇਹ ਬੇਨਤੀ ਹੈ ਕਿ ਉਹ ਜਿਹੜੀ ਇਸ ਪਰਿਵਾਰ ਦੀ ਜੇਕਰ ਮਦਦ ਕਰਨਾ ਚਾਹੁੰਦੇ ਨੇ ਤਾਂ ਅਸੀਂ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਹੈਗਾ ਸਕਰੀਨ ਤੇ ਫਲੈਸ਼ ਕਰ ਦਾਂਗੇ, ਨਾਲ ਦੇ ਨਾਲ ਉਹਨਾਂ ਦਾ ਅਕਾਊਂਟ ਨੰਬਰ ਵੀ। ਕੈਮਰਾਮੈਨ ਅਮਿਤ ਖੰਨਾ ਦੇ ਨਾਮ, ਮੈਂ ਜਸਪ੍ਰੀਤ ਕੌਰ, ਰੰਗਲਾ ਟੀਵੀ।